अस्सलाम वालेकुम दोस्तों रंधावा व्लॉग यूट्यूब चैनल ते खुश आमदीद। हाँ जी, उम्मीद करते जी तमाम दो ठीक ठाक होणगे। हाँ जी दोस्तों, अज मौजूद हाँ जी उस्ताद मिठू की वर्कशाप ते अब्दुल रहमान ट्रैक्टर वर्कशाप न्यू रहमान ट्रैक्टर वर्कशाप ते उस्ताद मिठू होना दे कोल जिस तरह कि हर बंदे नूं पता वा कि मिलत दे जिहड़े ऑथोराइज भी इन्हां दी जिहड़ी वर्कशाप आ मिलत दी मंजूरशुदा वर्कशाप आ ते इत्थे जिहड़ा वा तकरीबन लोकल तौर ते हर ट्रैक्टर का ही काम हुंदा वा। उंज मेन जिहड़ी आ कंपनी की वर्कशाप आ और कंपनी के ट्रैक्टर आउंदे ने मिलत कंपनी के ते उन्हां दा जिहड़ा वा काम वगैरह इत्थे हुंदा वा। बल्कि साडे ज़िले तो साडी तहसील तो इलावा भी लोग आउंदे ने दूर दूर तो जिहड़े मिलत के ट्रैक्टर ने जिन्हां दे कदीमी मसले हुंदे ने जिहड़े आम मिस्त्रियां को नहीं हुंदे वो फिर उस्ताद दे कोल लिआउंदे ने और मसले जिहड़े आ हल हुंदे ने। ते नाल साडे लंबरदार साहब मौजूद ने ते इन्हां दे नाल एक ट्रैक्टर इन्हां दे कोल 2017 मॉडल 375 ते स्टैनाडाइज पंप दे अंदर आ और लंबरदार साहब होना 0 मीटर ही कढाया सी और उहदे नाल एक बड़ा ही वाक़या पेश आया और बड़ा दिलचस्प कहानी आ ते और जिहड़ा बंदा कहानी सुनेगा वो एक बारी तो हैरान रह जाएगा कि इन्नी देर हो गई ट्रैक्टर रखिया नूं ते पता ही नहीं लगा जां की वजह। सारी गलबात जिहड़ी लंबरदार साहब अपने ज़बानी तुहाडे नाल लंबरदार साहब साडे नाल मौजूद आ ते इन्हां नाल असीं गलबात करदे हां। अस्सलाम वालेकुम जी। वालेकुम अस्सलाम। हाँ जी लंबरदार साहब की हाल चाल जी? ठीक है जनाब, तुसीं सुनाओ? शुक्र अल्हम्दुलिल्लाह। अच्छा लंबरदार साहब तो पहले तो अपने ट्रैक्टर का दसो, तुहाडे कोल ट्रैक्टर किहड़ा मॉडल आ? सर 2017 मॉडल ठीक है जी। 2017 ਦੇ ਐਂਡ ਤੇ ਨਿਕਲਵਾਇਆ ਸੀਗਾ। ਸਹੀ, ਬਿਲਕੁਲ 0 ਮੀਟਰ ਤੁਸੀਂ ਲਿਆ ਸੀ? ਬਿਲਕੁਲ 0 ਮੀਟਰ ਲਿਆ ਸੀ। ਠੀਕ, ਤੇ ਇਹਦੇ ਨਾਲ ਕੀ ਕੰਮ ਕਰਦੇ ਤੁਸੀਂ ਜਿਹੜਾ ਵਾ ਇਹਨਾਂ ਕੋ ਹਾਲ ਵਗੈਰਾ ਤਰ੍ਹਾਂ ਕੀ ਇਹਦੇ ਨਾਲ ਹੁਣ ਤੱਕ ਤੁਸੀਂ 6-7 ਸਾਲਾਂ ਦੀ ਕੰਮ ਕੀਤਾ? ਇਹਦੇ ਨਾਲ ਭਾਈਜਾਨ ਜਦੋਂ ਅਸੀਂ ਨਿਕਲਵਾਇਆ ਸੀ ਨਾ, ਹਾਂਜੀ ਦਸੰਬਰ ਦੇ ਵਿੱਚ ਨਿਕਲਵਾਇਆ ਸੀਗਾ ਹਾਂਜੀ ਤੇ ਉਸ ਤੋਂ ਫੌਰਨ ਬਾਅਦ ਹੀ ਕੰਮ ਸ਼ਮ ਤਾਂ ਹੈ ਕੋਈ ਨਹੀਂ ਸੀਗਾ, ਕਣਕ ਦੀ ਬਿਜਾਈ ਵੀ ਖਤਮ ਹੋ ਗਈ ਸੀਗੀ ਹਾਂਜੀ ਤੇ ਅਸੀਂ ਸਟਾਰਟ ਹੀ ਕੀਤਾ ਸੀਗਾ ਚਾਪਰ ਮਸ਼ੀਨ ਤੋਂ। ਚਾਪਰ ਮਸ਼ੀਨ ਚਲਾਈ ਸੀ ਪਹਿਲੇ ਸੀਜ਼ਨ ਤੇ ਹੁਣ ਤੱਕ ਹਰ ਸੀਜ਼ਨ ਜਿਹੜਾ ਚਾਪਰ ਦਾ ਇਹਦਾ ਲੱਗਦਾ ਵਾ। ਇਹਦੇ ਨਾਲ ਹੀ 2018 ਦੇ ਵਿੱਚ ਆਪਣਾ ਕੰਪਿਊਟਰ ਲੈਵਲ ਲੈ ਲਿਆ ਸੀਗਾ, ਠੀਕ ਹੈ। ਉਹ ਵੀ ਲਗਾਤਾਰ ਚੱਲ ਰਿਹਾ ਵਾ ਤੇ ਬਾਕੀ ਜਿਹੜੇ ਕੰਮ ਰੂਟੀਨ ਦੇ ਉਹ ਤੇ ਫਿਰ ਚੱਲਦੇ ਹੀ ਆ ਇਹਦੇ ਨਾਲ। ਅੱਛਾ ਇਹ ਦੱਸੋ ਥੋੜਾ ਜਿਹਾ ਪਹਿਲੋਂ ਇਹਦਾ ਜਿਹੜਾ ਇੰਜਨ ਵਾ ਕਰਵਾਇਆ ਵਾ ਕਿ ਜਾਂ ਪਹਿਲਾਂ ਹੀ ਚੱਲਣ ਡਿਆ ਵਾ? ਪਹਿਲਾਂ ਹੀ ਚੱਲਣ ਰਿਹਾ ਜੀ। ਇਹ ਕੀ ਵਜ੍ਹਾ ਇੰਨੀ ਦੇਰ ਇਸ ਤਰ੍ਹਾਂ ਇਹਦਾ ਜਿਹੜਾ ਇੰਜਨ ਵਾ ਉਹ ਕਿਸ ਤਰ੍ਹਾਂ ਇਹਦੀ ਤੁਸੀਂ ਲਾਈਫ ਬਿਹਤਰ ਕੀਤੀ ਹੈ ਜਾਂ ਤੇਲ ਵਗੈਰਾ ਟਾਈਮ ਨਾਲ ਬਦਲਦੇ ਜੇ? ਕੀ ਖਸੂਸੀਆਤ ਨੇ ਥੋੜਾ ਜਿਹਾ ਦੱਸੋ ਭਾਈਜਾਨ। ਮੈਂ ਹੈਗਾ ਆਪਣਾ ਸਟੀਅਰਿੰਗ ਡਰਾਈਵਰ, ਮੈਂ ਕੋਈ ਡਰਾਈਵਰ ਨਹੀਂ ਆ। ਠੀਕ ਹੈ। ਤੇ ਮੇਨ ਚੀਜ਼ ਹੈਗੀ ਹੈ ਕਿ ਉਸਤਾਦ ਮਿੱਠੂ ਦੇ ਤਾਵਨ ਦੇ ਨਾਲ ਜਿਹੜੀ ਚੀਜ਼ ਹੋਣੀ ਆ ਇਹਨਾਂ ਨੇ ਮੈਨੂੰ ਠੀਕ ਕਰਕੇ ਦੇਣੀ ਆ। ਇਹਨਾਂ ਦੇ ਜਿਹੜੀ ਵੀ ਇਹਨਾਂ ਨੇ ਮੈਨੂੰ ਹਦਾਇਤ ਕਰਨੀ ਹੈਗੀ ਆ, ਠੀਕ ਹੈ, ਕੋਈ ਮਾਲੂਮਾਤ ਦੇਣੀ ਹੈਗੀ ਆ, ਮੈਂ ਉਹਦੇ ਤੇ ਅਮਲ ਕਰਨਾ ਵਾ ਤੇ ਇਨਸ਼ਾਅੱਲਾ ਉਦੋਂ ਦਾ ਸ਼ੁਕਰ ਅਲਹਮਦੁਲਿਲਾ। ਇਸ ਤੋਂ ਇਲਾਵਾ ਹੋਰ ਜਿਹੜੇ ਡਰਾਈਵਰ ਲੋਕ ਉਹਨਾਂ ਨੇ ਟਰੈਕਟਰ ਲੈ ਰਹੇ ਨਾ ਸਾਡੇ ਤੋਂ ਬਾਅਦ ਵਿੱਚ, ਇੱਥੋਂ ਮੈਂ ਸੁਣਾ ਆ ਕੇ ਕਿ ਉਹਨਾਂ ਨੂੰ ਇੰਨੇ ਕੰਮ ਪਏ ਨੇ। ਮੈਂ ਸ਼ੁਕਰ ਅਲਹਮਦੁਲਿਲਾ ਅੱਲਾਹ ਤਾਲਾ ਦਾ ਆਸਾਨ ਆ ਮੇਰੇ ਤੇ ਕਿ ਫਿਲਹਾਲ ਮੈਨੂੰ ਕੋਈ ਇਸ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੈ। ਬਿਲਕੁਲ ਜੈਨੂਇਨ ਹਾਲਤ ਦੇ ਅੰਦਰ ਟਰੈਕਟਰ ਚੱਲਣ ਡਿਆ ਵਾ? ਹਾਂਜੀ ਜੈਨੂਇਨ ਹਾਲਤ। ਕਲਚ ਵਗੈਰਾ ਹੋਰ ਕੋਈ ਚੀਜ਼ ਬ੍ਰੇਕ? ਕਲਚ ਦਾ ਜਿਹੜਾ ਕੰਮ ਹੈ ਉਹ ਤੇ ਫਿਰ ਜਦੋਂ ਚਾਪਰ ਦੀ ਸੀਜ਼ਨ ਆਂਦਾ ਨਾ ਉਦੋਂ ਕੀ ਕਣਕ ਆਉਂਦੀ ਮਸਲੇ? ਹਾਂਜੀ ਉਹ ਤੇ ਫਿਰ ਹਰ ਸੀਜ਼ਨ ਤੇ ਇੱਕ ਦਫਾ ਕਰਵਾ ਲਈਏ ਤੇ ਦਰਮਿਆਨ ਦੇ ਵਿੱਚ ਫਿਰ ਟੈਨਸ਼ਨ ਨਹੀਂ ਬੰਦੇ ਨੂੰ ਬਣਦੀ ਤੇ ਉਹ ਵੀ ਇਨਸ਼ਾਅੱਲਾ ਤਸੱਲੀ ਬਖਸ਼ ਹੁੰਦਾ ਵਾ। ਅਸੀਂ ਨਾ ਵੀ ਨਾ ਦੂਸਰੇ ਸਾਲ ਕਰਵਾਈਏ ਤੇ ਕੰਮ ਚੱਲਦਾ ਮਗਰ ਕਿ ਫਿਰ ਵੀ ਤਸੱਲੀ ਨਾਲ ਸਾਨੂੰ ਹਦਾਇਤ ਕਰ ਦਿੰਦਾ ਭਾਈ ਮਿੱਠੂ ਕਿ ਯਾਰ ਤੁਸੀਂ ਇਹਤਿਆਤਨ ਕਰਵਾ ਲਵੋ ਤੇ ਅਸੀਂ ਉਹ ਕਰਵਾ ਲੈਂਦੇ ਹਾਂ। ਅੱਛਾ ਆਇਲ ਵਗੈਰਾ ਕਿੰਨੀ ਦੇਰ ਬਾਅਦ ਦਾ ਚੇਂਜ ਕਰਦੇ ਜੇ? ਆਇਲ ਜਦੋਂ ਸਾਨੂੰ ਇਹਨਾਂ ਨੇ ਹਦਾਇਤ ਕਰਨੀ ਆ ਵੀ ਭਾਈ ਤੁਸੀਂ ਹੁਣ ਤੇਲ ਬਦਲੋ, ਅਸੀਂ ਉਹ ਤੇਲ ਬਦਲ ਦਿੰਦੇ ਆ। ਅੱਛਾ ਹੁਣ ਅਗਲੀ ਕਹਾਣੀਆਂ ਲਾਉਂਦੇ ਜਿਹੜਾ ਤੁਹਾਡੇ ਨਾਲ ਮਸਲਾ ਬਣਿਆ ਵਾ ਉਹ ਤੁਸੀਂ ਟਰੈਕਟਰ ਵਰਕਸ਼ਾਪ ਤੇ ਲਿਆਂਦਾ ਵਾ, ਉਹ ਦੋਸਤਾਂ ਨਾਲ ਹਕੀਕਤ ਸ਼ੇਅਰ ਕਰਦੇ ਆ। ਇਹ ਕੀ ਵਜ੍ਹਾ ਬਣੀ ਆ ਪੰਪ ਨੂੰ, ਡੀਜ਼ਲ ਪੰਪ ਨੂੰ ਮਸਲਾ ਬਣਿਆ? ਉਹ ਥੋੜੀ ਜਿਹੀ ਕਹਾਣੀ ਦੋਸਤਾਂ ਨੂੰ ਦੱਸੋ ਕਿੱਦਾਂ ਤੁਹਾਡੇ ਨਾਲ ਮਸਲਾ ਬਣਿਆ ਵਾ ਔਰ ਤੁਸੀਂ ਕਿੱਦਾਂ ਉਹਨੂੰ ਜਿਹੜਾ ਵਾ ਆਪ ਹੀ ਬਿਹਤਰ ਕੀਤਾ ਵਾ? ਭਾਈਜਾਨ ਐਮਰਜੈਂਸੀ ਦੇ ਵਿੱਚ ਨਾ ਕਿਸੇ ਅਣਜਾਣ ਬੰਦੇ ਨੂੰ ਕਹਿ ਕੇ ਤੇ ਮੰਗਵਾਉਣਾ ਡੀਜ਼ਲ ਸੀਗਾ, ਉਹ ਬੰਦਾ ਪੈਟਰੋਲ ਲੈ ਆਇਆ। ਪੈਟਰੋਲ ਅਸੀਂ ਟੈਂਕੀ 'ਚ ਪਾ ਲਿਆ, ਜਾ ਕੇ ਪਾਇਆ ਵੀ ਤੁਸੀਂ ਆਪ ਹੀ ਖੁਦ ਹੀ ਪਾਇਆ ਸੀਗਾ ਜਲਦੀ ਵਿੱਚ। ਹਾਂ ਐਮਰਜੈਂਸੀ ਵਿੱਚ ਅਸੀਂ ਜਾ ਕੇ ਮੈਂ ਦੋ ਕਨਾਲ ਜਿਹੜਾ ਥਾਂ ਨਾ ਉਹ ਵਾਹ ਕੇ ਪਿੱਛੇ ਸੁਹਾਗਾ ਸੰਗਲ ਕੱਸਣ ਲੱਗਾ ਵਾਂ, ਸਲਫ ਮਾਰਿਆ ਤੇ ਉਹਨੇ ਸਲਫ ਨਹੀਂ ਚੁੱਕਿਆ। ਹਾਂ ਵਾਹ ਗਿਆ ਪੈਟਰੋਲ ਨਾਲ ਹੀ? ਹਾਂ ਜੋ ਵੀ ਉਹਦੇ ਅੰਦਰ ਆਇਆ ਸੀਗਾ, ਡੀਜ਼ਲ ਆਇਆ ਸੀ ਜਾਂ ਪੈਟਰੋਲ ਸੀ? ਹਾਂ ਦੋ ਕਨਾਲਾਂ ਦਾ ਕੰਮ ਉਹਨੇ ਹੱਲਾਂ ਦਾ ਕਰ ਲਿਆ। ਠੀਕ ਹੋ ਗਿਆ। ਸੰਗਲ ਪਾਣ ਲੱਗਾ ਮੈਂ ਤੇ ਦੁਬਾਰਾ ਸਲਫ ਮਾਰਿਆ, ਨੇ ਸਲਫ ਨਹੀਂ ਮਾਰਿਆ। ਠੀਕ ਹੈ। ਫਿਰ ਦਾਇਆਂ ਬਾਇਆਂ ਜਿਹੜੇ ਦੋਸਤ ਹੈਗੇ ਸੀਗੇ ਉਹਨਾਂ ਨੇ ਮੈਂ ਦਿਖਾਇਆ ਤੇ ਨਹੀਂ ਗੱਲ ਬਣੀ। ਫਿਰ ਸ਼ਾਮ ਨੂੰ ਭਾਈ ਮਿੱਠੂ ਨੂੰ ਬੁਲਾਇਆ
ਉਹਨੇ ਕਿਹਾ ਵੀ ਤੂੰ ਇਹਦੇ 'ਚ ਪੈਟਰੋਲ ਪਾਇਆ। ਅੱਛਾ ਚੈੱਕ ਵੀ ਕੀਤਾ, ਹੈ ਵੀ ਵਾਕਿਆ ਪੈਟਰੋਲ ਸੀਗਾ। ਅਸੀਂ ਜਲਦੀ ਵਿੱਚ ਸੀਗੇ, ਨਹੀਂ ਗੱਲ ਨਹੀਂ ਉਹ ਪਤਾ ਫਿਰ ਚੱਲਿਆ। ਜਲਦੀ ਦੇ ਜਿਸ ਤਰ੍ਹਾਂ ਸਿਆਣਿਆਂ ਦੇ ਛੇਤੀ ਅਰਗੇ ਟੋਏ ਹਾਂਜੀ। ਫਿਰ ਉਹ ਤੇ ਦਿਹਾੜੀ ਤੁਹਾਡੀ ਛੇਤੀ ਜੀ ਲੰਘ ਗਈ ਹੋਣੀ। ਲੰਘ ਗਈ ਬਸ। ਅੱਛਾ ਮੁੜ ਕੇ ਕਿਸ ਤਰ੍ਹਾਂ ਉਹ ਮਸਲਾ ਬਣਿਆ? ਡੀਜ਼ਲ ਪੰਪ ਮਿਸਤਰੀ ਨੂੰ ਤੁਸੀਂ ਆਂਦੇ ਫਿਰ ਜਿਹੜੇ ਮਿਸਤਰੀ ਨੂੰ ਖੜਿਆ ਸੀਗਾ ਜਿਨ੍ਹਾਂ ਨੂੰ, ਡੀਜ਼ਲ ਪੰਪ ਵਾਲੇ ਨੂੰ ਹਾਂ, ਉਹ ਕਹਿਣ ਲੱਗੇ ਤੁਹਾਡਾ 35-40 ਹਜ਼ਾਰ ਦਾ ਖਰਚਾ ਆਇਆ ਹੈ। ਡੀਜ਼ਲ ਪੰਪ ਦਾ? ਹਾਂ ਠੀਕ ਹੈ। ਭਾਈ ਮਿੱਠੂ ਨੇ ਕਿਹਾ ਵੀ ਯਾਰ ਤੂੰ ਇਹਨੂੰ ਉੱਥੇ ਲੈ ਜਾ ਡੇਰੇ ਤੇ, ਠੀਕ ਉੱਥੇ ਇਹਨੂੰ ਦੇਖਾਂਗੇ। ਫਿਰ ਉੱਥੇ ਜਿਸ ਤਰ੍ਹਾਂ ਇਹਨਾਂ ਨੇ ਮੈਨੂੰ ਹਦਾਇਤ ਕੀਤੀ ਉਸ ਤਰੀਕੇ ਦੇ ਨਾਲ ਮੈਂ ਉਹਦੀ ਸਫਾਈ ਕੀਤੀ। ਠੀਕ ਹੈ। ਤੇ ਇਹਨਾਂ ਨੂੰ ਕਿਹਾ ਸੀਗਾ ਵੀ ਇਹਨਾਂ ਨੇ ਕਿਹਾ ਕਿਸੇ ਟਰੈਕਟਰ ਪਿੱਛੇ ਪਾ ਕੇ ਸਲਹ ਮਾਰੀ, ਜੇ ਨਾ ਗੱਲ ਬਣੇਗੀ ਸਹੀ ਤੇ ਫਿਰ ਮੈਂ ਆਵਾਂਗਾ। ਤੇ ਉਹ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਸੀ ਮੈਨੂੰ ਉਸ ਤਰੀਕੇ ਨਾਲ ਮੈਂ ਉਹਦੀ ਸਫਾਈ ਕੀਤੀ। ਤੇ ਮਾਸ਼ਾਅੱਲਾ ਇਹ ਪੰਪ ਦੀ ਪਹਿਲਾਂ ਵੀ ਤਾਰੀਫ ਕਰਦੇ ਹੁੰਦੇ ਵੀ ਇਹ ਪੰਪ ਨਹੀਂ ਬਦਲਣਾ ਸੀ, ਕਹਿੰਦੇ ਸੀ ਵੀ ਇਹ ਕਰੰਟ ਵਾਲਾ ਪੰਪ ਹੈਗਾ ਤੇ ਸਹੀ ਨਹੀਂ ਹੈਗਾ। ਜਿਵੇਂ ਆਮ ਲੋਕਾਂ ਲਾਏ ਆ, ਆਮ ਲੋਕ ਮੈਨੂੰ ਦੱਸਦੇ ਨਾ ਕਿ ਯਾਰ ਕਿ ਇਹ ਪੰਪ ਵਾਲਾ ਟਰੈਕਟਰ ਜਿਹੜਾ ਨਾ ਇਹ ਤੇ ਸਸਤਾ ਮਿਲਦਾ ਵਾ, ਹਾਂਜੀ ਤੇ ਲਿਆਦਾ ਸਾਡਾ ਹੀ ਪਸੰਦ ਨਹੀਂ ਹੈਗਾ। ਠੀਕ ਹੈ। ਤੇ ਇਹ ਮੈਨੂੰ ਇਹੀ ਕਹਿੰਦੇ ਸੀਗੇ ਕਿ ਇਹ ਪੰਪ ਜਿਹੜਾ ਨਾ ਤੇਰਾ ਨੰਬਰ 1 ਪੰਪ ਹੈਗਾ ਆ, ਤੂੰ ਯਾਦ ਕਰੇਗਾ। ਤੇ ਵਾਕਈ ਦੇਖਿਆ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਸੀਗਾ, ਮੈਂ ਉਹ ਸਫਾਈ ਟੈਂਕੀ ਦੀ ਕਰਕੇ ਪੰਪ ਦੀ ਵੀ ਸਫਾਈ ਕਰਕੇ ਆਪ ਹੀ ਮੋਬਿਲਿਆਲ ਵਗੈਰਾ ਪਾ ਕੇ, ਤੇ ਇਹਨਾਂ ਨੇ ਕਿਹਾ ਟਰੈਕਟਰ ਪਿੱਛੇ ਪਾ ਕੇ ਤੇ ਸਲਹ ਮਾਰ, ਜੇ ਨਹੀਂ ਮਾਰੇਗਾ ਫਿਰ ਮੈਂ ਆਵਾਂਗਾ। ਤੇ ਉਹ ਅਸੀਂ ਮਾਰਿਆ ਤੇ ਸ਼ੁਕਰ ਅਲਹਮਦੁਲਿਲਾ। ਇਹਨਾਂ ਨੂੰ ਦੱਸਿਆ, ਮੈਂ ਕਿਹਾ ਵੀ ਸਟਾਰਟ ਹੋ ਗਿਆ। ਇਹਨਾਂ ਨੇ ਕਿਹਾ ਸ਼ੁਕਰ ਅੱਲਾ ਦਾ ਅਦਾ ਕਰ। ਤੇ ਹੁਣ ਇਹਨਾਂ ਨੇ ਕਿਹਾ ਜੀ ਕਿ ਕੁੱਕੜ ਖਵਾ ਸਾਨੂੰ। ਤੇ ਹੁਣ ਤੇ ਮੌਸਮ ਵੀ ਕੁੱਕੜ ਖਵਾਲਣ ਵਾਲਾ ਬਣਿਆ। ਹੁਣ ਮੈਂ 35-40 ਹਜ਼ਾਰ ਦਾ ਫਾਇਦਾ ਹੋ ਗਿਆ। ਹੁਣ ਮੈਂ ਕੁੱਕੜ ਲੱਭਣ ਨਿਆ ਕੋਈ। ਸਹੀ। ਹੁਣ ਉਹ ਕੁੱਕੜ ਜਿਹੜਾ ਵਾ ਆਮ ਕੁੱਕੜ ਤੇ ਨਹੀਂ ਨਾ ਖਵਾ ਜਾਣਾ। ਜਿਹੜਾ ਘਾਹ ਸਾਰਾ ਹੋਵੇ ਉਹ ਵੇਲੇ ਖਵਾ। ਅੱਛਾ ਉਸਤਾਦ ਜੀ ਉਹਨਾਂ ਨਾਲ ਕਰਵਾਓ, ਹਾਂ ਜਰਾ ਉਸਤਾਦ ਉਹਨਾਂ ਨਾਲ ਕਰਦੇ ਆ ਗੱਲਬਾਤ। ਹਾਂਜੀ ਉਸਤਾਦ ਜੀ ਕੀ ਹਾਲ ਚਾਲ ਜੇ? ਠੀਕ ਠਾਕ ਹੀ, ਅੱਲਾ ਹੀ ਰਹਿਮਤ, ਤੁਸੀਂ ਸੁਣਾਓ। ਅੱਛਾ ਉਸਤਾਦ ਜੀ ਤੁਸੀਂ ਜਦੋਂ ਜਾ ਕੇ ਇਹਨੂੰ ਪਿੰਡੇ ਦੇ ਚੈੱਕ ਕੀਤਾ ਵਾ, ਹਾਂਜੀ, ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਇਹਦੇ ਅੰਦਰ ਪੈਟਰੋਲ ਪੈ ਗਿਆ ਵਾ? ਜਦੋਂ ਮੈਂ ਜਾ ਕੇ ਹਵਾ ਕਢਾਈ ਨਾ ਇਹਦੀ ਤੇ ਉਹ ਵਿੱਚ ਸਮੈਲ ਆਵੇ ਪੈਟਰੋਲ ਦੀ। ਹਾਂਜੀ। ਮੈਂ ਕਿਹਾ ਹੋ ਸਕਦਾ ਚੁਸਕੀ ਲਾ ਕੇ ਸਟਾਰਟ ਸ਼ੂਟ ਕਰਦੇ ਰਹੇ। ਦੇਖੋ ਜਦੋਂ ਤੇਲ ਕੱਢਿਆ ਤੇ ਉਹ ਪੈਟਰੋਲ ਵਿੱਚ ਮਿਕਸ ਹੋਇਆ, ਇਹਨਾਂ ਨੂੰ ਦੱਸਿਆ ਵੀ ਤੁਸੀਂ ਪੈਟਰੋਲ ਪਾ ਲਿਆ। ਅੱਛਾ ਅੱਛਾ ਜਦੋਂ ਜਾ ਕੇ ਤੁਸੀਂ ਚੈੱਕ ਕੀਤਾ, ਹਾਂਜੀ, ਨਹੀਂ ਕਿਤੋਂ ਟੈਂਕੀ ਖੋਲਣ ਤੋਂ ਪਹਿਲਾਂ ਤੁਸੀਂ ਜਾ ਕੇ ਪੰਪ ਤੋਂ ਤੁਹਾਨੂੰ ਪੰਪ ਚੈੱਕ ਕੀਤਾ ਛੇੜ ਕੇ ਕਿ ਨਹੀਂ? ਹਵਾ ਕਢਾਈ ਨਾ ਇਹਦੀ, ਅੱਛਾ ਲੇਕਿਨ ਗੱਡੀ ਨਹੀਂ ਸਟਾਰਟ ਹੋਈ ਤੇ ਵਿੱਚ ਸਮੈਲ ਆਉਂਦੀ ਸੀ ਪੈਟਰੋਲ ਦੀ। ਅੱਛਾ ਮੈਂ ਕਿਹਾ ਟੈਂਕੀ ਟੂੰਕੀ ਸਾਫ਼ ਕਰਕੇ ਫਿਰ ਤੇਲ ਬਦਲ ਕੇ ਦੇਖਾਂਗੇ ਸਟਾਰਟ ਹੋ ਗਿਆ। ਠੀਕ। ਉਹ ਇਹਨਾਂ ਨੇ ਘਰੇ ਹੀ ਸਾਫ਼ ਸੂਫ ਕੀਤਾ। ਜਿੱਦਾਂ ਜਿੱਦਾਂ ਤੁਸੀਂ ਦੱਸ ਹਾਂਜੀ, ਤੇ ਉਹ ਫਿਰ ਖੈਰ ਗੱਡੀ ਸਟਾਰਟ ਹੋ ਗਈ। ਹਾਂਜੀ, ਅੱਛਾ ਤੇ ਹੋਰ ਕੋਈ ਮਸਲਾ ਮਸਾਇਲ ਅੱਗੋਂ ਕੋਈ ਨੋਜ਼ਲਾਂ ਵਗੈਰਾ ਨੂੰ ਬਣਿਆ? ਨਹੀਂ ਕੋਈ ਮਸਲਾ ਨਹੀਂ ਬਣਿਆ, ਹੁਣ ਤੇ ਬਿਲਕੁਲ ਠੀਕ ਆ ਗੱਡੀ। ਅੱਛਾ ਤੇ ਤੁਹਾਡਾ ਜਿਹੜਾ ਸਟੈਨਾਡਾਈਜ਼ ਪੰਪ ਆ ਜਿਹੜਾ ਭਾਈ ਉਹਨਾਂ ਦੇ ਟਰੈਕਟਰ ਨੂੰ ਲੱਗਾ ਚਾਬੀ ਵਾਲਾ ਪੰਪ, ਹਾਂਜੀ। ਉਹਦੇ ਬਾਰੇ ਤੁਹਾਡੇ ਕੀ ਖਿਆਲਾਤ ਨੇ? ਕੀ ਬਹੁਤ ਅੱਛਾ ਪੰਪ ਆ, ਲੇਕਿਨ ਉਹਦੀ ਰਿਪੇਅਰਿੰਗ ਜਰਾ ਮੁਸ਼ਕਲ ਆ। ਤੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਰੀਅਲ ਲੈਬਾਰਟਰੀ ਆਇਆਂ ਨੂੰ। ਅੱਛਾ ਕਈ ਦੋਸਤ ਆਂਦੇ ਇਹਦੀ ਇਹ ਬਹੁਤ ਸਸਤੀ ਹੈ ਰਿਪੇਅਰਿੰਗ, ਬਹੁਤ ਸਸਤਾ ਰਿਪੇਅਰ ਹੋ ਜਾਂਦਾ ਹੈ। ਨਹੀਂ ਉਹ ਬਹੁਤ ਔਖਾ ਚੱਲਦਾ ਹੈ, ਆਮ ਬੰਦੇ ਦਾ ਕੰਮ ਨਹੀਂ ਹੈਗਾ। ਅੱਛਾ ਉਹ ਕਰਵਾਇਆ ਰਿਪੇਅਰ ਅੱਗੇ ਕਿਸੇ ਦਾ? ਕਈ ਕਰਾਏ, ਹਾਂਜੀ। ਕਿੰਨਾ ਕੁ ਦਾ ਰਿਪੇਅਰਿੰਗ ਦਾ ਚਾਬੀ ਹੈ ਪੰਪ ਦਾ ਕਿੰਨਾ ਖਰਚਾ ਆਇਆ? ਤਕਰੀਬਨ 20-25 ਹਜ਼ਾਰ ਰੁਪਇਆ ਲੱਗ ਜਾਂਦਾ। ਅੱਛਾ ਆਮ ਪੰਪ ਚ ਇਹਦੇ ਵਿੱਚ ਕੀ ਫਰਕ ਸਮਝਦੇ ਆ ਤੁਸੀਂ? ਇਹਦਾ ਰੂਟਰ ਜਿਹੜਾ ਨਾ ਬਹੁਤ ਕੀਮਤੀ ਆ। ਇਹਦੇ ਹਾਂਜੀ, ਹੈਵੀ ਰੂਟਰ ਵਾ। ਠੀਕ ਹੈ। ਉਹ ਬਹੁਤ ਮਹਿੰਗਾ ਵਾ ਰੂਟਰ। ਮੁਰੰਮਤ ਕਰਾਈਏ ਫੇਰ ਤਕਰੀਬਨ 20,000 ਰੁਪਇਆ ਲੱਗਦਾ, ਤੇ ਜੇ ਬਦਲੀਏ ਤੇ ਜ਼ਿਆਦਾ ਪੈਸੇ ਲੱਗਦੇ। ਜ਼ੋਰ ਕਿਹੜਾ ਅੱਛਾ ਲਾਉਂਦਾ ਇਹਨਾਂ ਚ, ਡੈਲਫੀ ਦਾ ਚੋਕ ਵਾਲਾ ਪੰਪ ਜਾਂ ਚਾਬੀ ਵਾਲਾ ਪੰਪ? ਨਹੀਂ, ਚਾਬੀ ਆ। ਲਓ ਜੀ ਤੁਸੀਂ ਸਟਾਰ ਦੀਆਂ ਗੱਲਾਂ ਬਾਤਾਂ ਸੁਣੀਆਂ ਨੇ। ਜਿਸ ਤਰ੍ਹਾਂ ਇਹਨਾਂ ਨਾਲ ਮਸਲਾ ਬਣਿਆ ਵਾਕਿਆ ਪੇਜ ਆਪਾਂ ਦੋਸਤਾਂ ਨਾਲ ਸ਼ੇਅਰ ਕੀਤਾ। ਅਗਰ ਦੋਸਤੋ ਸਾਡੀ ਵੀਡੀਓ ਚੰਗੀ ਲੱਗੀ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ। ਵੀਡੀਓ ਦੇਖਣ ਦਾ ਸ਼ੁਕਰੀਆ। ਓਕੇ ਲਾ।